ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਾਹਿਬੇ ਕਮਾਲ ਵਾਲੀਏ ਕੁਲ ਆਲਮ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਮੁਬਾਰਕ ਗੁਰਬਾਣੀ ਦਾ ਓਟ ਆਸਰਾ ਲੈ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਧ ਗੋਸ਼ਟ ਬਾਣੀ ਦੀ ਵਿਚਾਰ ਦਾ ਭਾਗ ਦੂਜਾ ਅੱਜ ਆਪ ਸੰਗਤਾਂ ਦੇ ਸਾਹਮਣੇ ਰੱਖ ਰਹੇ ਹਾਂ, ਜਿੱਥੇ ਆਪਾਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ ਤੇ ਯੋਗ ਮਤ ਬਾਰੇ ਪਹਿਲੇ ਭਾਗ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਸਿੱਧ ਗੋਸ਼ਟ ਕਿੱਥੇ ਹੋਈ ਤੇ ਨਾਲ ਨਾਲ ਭਾਈ ਗੁਰਦਾਸ ਜੀ ਇਸ ਹਵਾਲੇ ਨੂੰ ਆਪਣੀਆਂ ਵਾਰਾਂ ਦੇ ਵਿੱਚ ਕਿੰਝ ਦਰਜ ਕਰਦੇ ਨੇ, ਉਸ ਬਾਰੇ ਸੰਖੇਪ ਵਿਚਾਰ ਕਰਾਂਗੇ ਜੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਆਪਣੀ ਆਖਰੀ ਪ੍ਰਚਾਰ ਫੇਰੀ 1521 ਦੇ ਨਵੰਬਰ ਮਹੀਨੇ ਵਿੱਚ ਸਮਾਪਤ ਕੀਤੀ, ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੀ ਬਾਕੀ ਦੀ ਉਮਰ ਕਰਤਾਰਪੁਰ ਨਾਮ ਦਾ ਨਗਰ ਵਸਾਇਆ ਸੀ, ਜੋ ਉੱਥੇ ਹੀ ਵਸਰ ਕੀਤੀ। ਰਾਵੀ ਦੇ ਕੰਢੇ ਆਪਨੇ ਪਹਿਲੀ ਉਦਾਸੀ ਦੇ ਮਗਰੋਂ ਵਸਾਇਆ ਸੀ। ਕਰਤਾਰਪੁਰ ਦੇ ਰਾਵੀ ਦੇ ਕੰਢੇ ਉੱਤੇ ਕਰਤਾਰਪੁਰ ਨਗਰ ਪਹਿਲੀ ਉਦਾਸੀ ਦੇ ਵਾਪਸ ਆਉਣ ਤੋਂ ਬਾਅਦ ਇਹ ਵਸਾਇਆ ਸੀ, ਤੇ ਜਿਹੜਾ ਅੱਜ ਕੱਲ੍ਹ ਇਹ ਪਾਕਿਸਤਾਨ ਦੇ ਵਿੱਚ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਵਿੱਚ ਰਹਿੰਦੇ ਹੀ, ਜਿੱਥੇ ਨਾਮ ਜਪਣਾ, ਸਤਨਾਮ ਪੜ੍ਹ ਮੰਤਰ ਸੁਣਾਇਆ ਦੀ ਗੱਲ ਆਉਂਦੀ ਏ, ਤੇ ਨਾਲ ਹੀ ਨਾਲ ਧਰਮ ਦੀ ਕਿਰਤ ਕਰਨੀ। ਗੁਰੂ ਪਾਤਸ਼ਾਹ ਜੀ ਆਪ ਖੇਤਾਂ ਦੇ ਵਿੱਚ ਕੰਮ ਕਰਦੇ ਰਹੇ, ਆਪ ਗ੍ਰਸਤੀ ਜੀਵਨ ਦੇ ਵਿੱਚ ਬਤੀਤ ਰਹਿ ਕੇ, ਗ੍ਰਸਤੀ ਜੀਵਨ ਬਤੀਤ ਕਰਦੇ ਹੋਏ ਸੰਸਾਰ ਦੇ ਵਿੱਚ ਰਹਿ ਕੇ ਉੱਥੇ ਹੀ ਵੰਡ ਛਕਣ ਦੀ ਜਿਹੜੀ ਸਿੱਖਿਆ ਹਰ ਇੱਕ ਮਨੁੱਖ ਮਾਤਰ ਤੱਕ ਪਹੁੰਚਾਈ। ਕਿਉਂਕਿ ਗੱਲ ਇਕੱਲੀ ਕਹਿਣ ਦੀ ਨਹੀਂ, ਕਰਨੀ ਦੇ ਵਿੱਚ ਵੀ ਹੋਣੀ ਚਾਹੀਦੀ ਹੈ। ਇਹ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਸਿਖਾਇਆ। ਕਿਉਂਕਿ ਕਹਿਣ ਵਾਲੇ ਬਹੁਤ ਨੇ, ਗੱਲੀਂ ਅਸੀਂ ਚੰਗੀਆਂ, ਗੱਲਾਂ ਦੇ ਨਾਲ ਅਸੀਂ ਬਹੁਤ ਚੰਗੇ ਹਾਂ ਕਹਿਣ ਵਾਲੇ, ਪਰ ਗੱਲ ਹੈ ਆਚਾਰ ਦੀ, ਆਚਰਣ ਦੀ, ਕਰਨ ਦੀ। ਸਤਿਗੁਰੂ ਕਹਿੰਦੇ ਆਚਾਰ ਹੀ ਬੁਰੀਆਂ, ਆਚਾਰ ਕਰਕੇ ਅਸੀਂ ਬੁਰੇ ਹਾਂ। ਜੋ ਅਸੀਂ ਕਹਿੰਦੇ ਹਾਂ ਉਹ ਕਰਦੇ ਨਹੀਂ, ਤੇ ਇਸੇ ਨੂੰ ਹੀ ਬਾਣੀ ਵਿੱਚ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਕਹਿੰਦੇ ਜਿਹੜਾ ਸਿੱਖ ਕਹਿਣੀ ਤੇ ਕਰਨੀ ਦੇ ਵਿੱਚ ਨਹੀਂ, ਉਸ ਨੂੰ ਗੁਰੂ ਪਾਤਸ਼ਾਹ ਜੀ ਨੇ ਕਦੇ ਵੀ ਪ੍ਰਵਾਨ ਨਹੀਂ ਕੀਤਾ। ਉਹ ਰੱਬੀ ਦਰਗਾਹ ਦੇ ਵਿੱਚ ਕਦੇ ਵੀ ਪ੍ਰਵਾਨ ਨਹੀਂ ਹੋ ਸਕਦਾ। ਇੱਥੇ ਤਾਂ ਮੁੱਖ ਦੇ ਉੱਤੇ ਗੱਲਾਂ ਕੁਝ ਹੋਰ ਨੇ ਤੇ ਮਨ ਦੇ ਵਿੱਚ ਕੁਝ ਹੋਰ ਹੈ। ਮੂੰਹ ਮੈਂ ਰਾਮ ਬਗਲ ਮੇਂ ਛੁਰੀ ਵਾਲੀ ਗੱਲ ਹੈ। ਇੱਥੇ ਤਾਂ ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ ਵਾਲੀ ਗੱਲ ਹੈ। ਪਰ ਪਾਤਸ਼ਾਹ ਜੀ ਕਹਿੰਦੇ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੇ ਆ। ਕਹਿੰਦੇ ਜਿਨ੍ਹਾਂ ਦੇ ਮੁੱਖ ਉੱਤੇ ਕੁਝ ਹੋਰ ਹੈ, ਮਨ ਵਿੱਚ ਕੁਝ ਹੋਰ ਹੈ, ਕਹਿੰਦੇ ਉਹ ਬਿਲਕੁਲ ਕੱਚੇ ਕਹੇ ਜਾਣਗੇ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਰਤਾਰਪੁਰ ਤੋਂ ਹੀ, ਜਿਨ੍ਹਾਂ ਪਾਕਿਸਤਾਨ ਦੇ ਵਿੱਚ ਰਹਿ ਚੁੱਕਿਆ ਪੰਜਾਬ ਤੇ ਬਾਕੀ ਜਿਹੜਾ ਅੱਜ ਦਾ ਅਜੋਕਾ ਪੰਜਾਬ ਤੇ ਹਰਿਆਣਾ, ਹਿਮਾਚਲ ਆਦਿਕ ਇਲਾਕੇ ਨੇ, ਉਹਨਾਂ ਸਾਰਿਆਂ ਦੇ ਵਿੱਚ ਇਲਾਕਿਆਂ ਦੇ ਵਿੱਚ ਜਾ ਕੇ
ਕਰਤਾਰਪੁਰ 1521 ਤੋਂ ਲੈ ਕੇ 1539 ਤੱਕ ਦਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਰ ਦੂਰ ਨਗਰਾਂ ਦੇ ਵਿੱਚ ਪ੍ਰਚਾਰ ਵੀ ਕਰਦੇ ਰਹੇ ਤੇ ਕਿਰਤ ਕਰਨ, ਵੰਡ ਛਕਣ ਦਾ ਉਪਦੇਸ਼ ਵੀ ਦਿੰਦੇ ਰਹੇ। ਤੇ ਇੱਕ ਫੇਰੀ ਸੀ ਜਿਹੜੀ ਬਟਾਲੇ ਤੋਂ 3 ਮੀਲ ਦੀ ਵਿੱਥ ਤੇ ਅਚਲ ਨਗਰ ਵਸਿਆ ਹੋਇਆ ਸੀ, ਜਿਹਨੂੰ ਅਚਲ ਬਟਾਲਾ ਵੀ ਕਿਹਾ ਜਾਂਦਾ। ਪਾਤਸ਼ਾਹ ਜੀ ਨੇ ਉਸ ਨਗਰ ਦੇ ਵਿੱਚ ਜਾ ਕੇ ਆਪਣੇ ਚਰਨ ਪਾਏ। ਇਸ ਅਚਲ ਨਗਰ ਦੇ ਵਿੱਚ ਇੱਕ ਬਹੁਤ ਵੱਡਾ ਮਹਾਦੇਵ ਸ਼ਿਵ ਜੀ ਦਾ ਮੰਦਿਰ ਸੀ, ਜਿੱਥੇ ਸ਼ਿਵਰਾਤਰੀ ਫੱਗਣ ਦੇ ਮਹੀਨੇ ਵਿੱਚ ਬਹੁਤ ਵੱਡਾ ਭਾਰੀ ਮੇਲਾ ਲੱਗਦਾ ਸੀ ਤੇ ਦੂਰੋਂ ਦੂਰੋਂ ਬਹੁਤ ਵੱਡੇ ਵੱਡੇ ਪਹੁੰਚੇ ਹੋਏ, ਆਪਣੇ ਆਪ ਨੂੰ ਉੱਚੇ ਅੱਤ ਦਰਜੇ ਦੇ ਕਹਾਉਣ ਵਾਲੇ ਸਿੱਧ ਜੋਗੀ ਸੀ ਜਿਹੜੇ ਉਹ ਆਏ ਹੋਏ ਸੀ, ਹਰ ਸਾਲ ਪਹੁੰਚਦੇ ਸਨ। ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਮਾਰਚ ਮਹੀਨੇ ਦੇ ਵਿੱਚ 1539 ਵਿੱਚ ਉਸ ਨਗਰ ਦੇ ਵਿੱਚ ਗਏ ਤੇ ਉਹ ਸਮੇਂ ਤੱਕ ਗੁਰੂ ਪਾਤਸ਼ਾਹ ਜੀ ਦੀ ਜਿਹੜੀ ਸ਼ੋਭਾ ਸੀ ਜਾਂ ਬਾਣੀ ਦਾ ਬੋਲਬਾਲਾ ਸੀ, ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਦਾ ਬੋਲਬਾਲਾ ਸੀ, ਉਹ ਦੂਰ ਦੂਰ ਹਰ ਇਲਾਕੇ ਤੱਕ ਫੈਲਿਆ ਹੋਇਆ ਸੀ। ਤੇ ਜਦੋਂ ਗੁਰੂ ਪਾਤਸ਼ਾਹ ਜੀ ਉਸ ਮੇਲੇ ਦੇ ਵਿੱਚ ਪਹੁੰਚੇ ਤਾਂ ਵੱਡੀ ਭਾਰੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਸੀ। ਸਤਿਗੁਰੂ ਉਹਨਾਂ ਨੂੰ ਉਪਦੇਸ਼ ਦ੍ਰਿੜ ਕਰਾਉਣ ਲੱਗ ਪਏ ਤੇ ਜਦੋਂ ਉਪਦੇਸ਼ ਸਤਿਗੁਰੂ ਜੀ ਦ੍ਰਿੜ ਕਰਾਉਣ ਲੱਗੇ ਤਾਂ ਜਿਹੜੇ ਆਮ ਲੋਕ ਸਿੱਧਾਂ ਵੱਲ ਜਾਂ ਹੋਰਾਂ ਝਾਕੀਆਂ ਦੇ ਵੱਲ ਮੁੜੇ ਹੋਏ ਸੀ, ਉਹ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੂੰ ਬੈਠ ਕੇ ਸੁਣਨ ਲੱਗ ਪਏ। ਤੇ ਜਦੋਂ ਜੋਗੀਆਂ ਨੇ ਗੱਲ ਵੇਖੀ ਵੀ ਸਾਡੇ ਪਾਸੇ ਜਿਹੜੇ ਪੰਡਾਲ ਨੇ ਉਹ ਖਾਲੀ ਹੋ ਚੁੱਕੇ ਨੇ, ਲੋਕ ਘਟ ਚੁੱਕੇ ਨੇ, ਤਾਂ ਇਸ ਗੱਲ ਦੀ ਜੋਗੀਆਂ ਨੂੰ, ਸਿੱਧਾਂ ਨੂੰ ਬਹੁਤ ਜ਼ਿਆਦਾ ਈਰਖਾ ਹੋਈ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਬਿਲਕੁਲ ਨਜ਼ਦੀਕ ਹੀ ਇੱਕ ਪਾਸੇ ਇੱਕ ਰਾਸ ਧਾਰੀਏ ਸੀ ਜਿਹੜੇ ਨਾਟਕ ਕਰ ਰਹੇ ਸੀ, ਨਾਟਕ ਮੰਡਲੀ ਵਾਲੇ ਰਾਸ ਧਾਰੀਏ ਨਾਟਕ ਕਰ ਰਹੇ ਸੀ, ਰਾਸ ਪਾ ਰਹੇ ਸੀ। ਤੇ ਜੋਗੀਆਂ ਨੇ ਆਪਣੀ ਕਰਾਮਾਤੀ ਸ਼ਕਤੀ ਦੇ ਨਾਲ ਕਹਿ ਲਈਏ ਤੇ ਜੋ ਇਤਿਹਾਸ ਦੇ ਵਿੱਚ ਦਰਜ ਹੈ, ਉਹਨਾਂ ਦਾ ਜਿਹੜਾ ਪੈਸਿਆਂ ਵਾਲਾ ਲੋਟਾ ਸੀ ਉਹ ਚੱਕ ਕੇ ਲੁਕੋ ਦਿੱਤਾ ਉਹਨਾਂ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਾਹਮਣੇ ਇੱਕ ਗਰੀਬ ਜਿਹੜਾ ਰਾਸ ਕਰਕੇ, ਨਾਟਕ ਕਰਕੇ ਆਪਣਾ ਤੇ ਆਪਣੇ ਬੱਚਿਆਂ ਦਾ ਢਿੱਡ ਪਾਲ ਰਿਹਾ, ਉਸ ਗਰੀਬਾਂ ਦੀ ਇਹ ਨਰਾਦਰੀ ਦੇਖ ਨਾ ਸਕੇ ਤੇ ਉਹਨਾਂ ਰਾਸਧਾਰੀਆਂ ਨੂੰ ਉਹਨਾਂ ਦਾ ਪੈਸਿਆਂ ਵਾਲਾ ਸੀ ਜਿਹੜਾ ਲੋਟਾ, ਉਹ ਪਾਤਸ਼ਾਹ ਜੀ ਨੇ ਲੱਭ ਕੇ ਦੇ ਦਿੱਤਾ। ਤੇ ਜੋਗੀਆਂ ਦਾ ਜਿਹੜਾ ਇਹ ਕਰਾਮਾਤ ਦਾ ਹਥਿਆਰ ਸੀ, ਇਹ ਗੁਰੂ ਪਾਤਸ਼ਾਹ ਜੀ ਦੇ ਅੱਗੇ ਬਿਲਕੁਲ ਫੇਲ ਹੋ ਗਿਆ, ਉਹਨਾਂ ਦੀ ਪੇਸ ਨਾ ਚੱਲੀ। ਆਖਰ ਜੋਗੀ ਬਹਿਸ ਕਰਨ ਤੇ ਉੱਤਰ ਆਏ, ਆਖਣ ਲੱਗੇ ਕਿ ਤੁਸੀਂ ਫਕੀਰੀ ਬਾਣਾ ਧਾਰਨ ਕਰ ਲਿਆ ਸੀ ਤਾਂ ਫਿਰ ਮੁੜ ਕੇ ਗ੍ਰਸਤੀ ਕਿਉਂ ਬਣ ਗਏ? ਤੁਸੀਂ ਤਾਂ ਦੁੱਧ ਦੇ ਵਿੱਚ ਕਾਂਜੀ ਪਾ ਦਿੱਤੀ, ਖੱਟਾ ਪਾ ਦਿੱਤਾ ਹੈ ਤੇ ਸਾਰਾ ਦੁੱਧ ਖਰਾਬ ਕਰ ਦਿੱਤਾ ਹੈ। ਭਾਵ ਕਿ ਜਿਹੜਾ ਸਾਡਾ ਉਦਾਸੀਆਂ ਵਾਲਾ ਜੀਵਨ ਸੀ, ਤੁਸੀਂ ਉਹ ਗ੍ਰਸਤੀ ਧਾਰਨ ਕਰਕੇ ਉਹ ਉਦਾਸੀ ਬਾਣੇ ਨੂੰ ਤੁਸੀਂ ਕਲੰਕਿਤ ਕਰ ਦਿੱਤਾ ਹੈ। ਸਤਿਗੁਰਾਂ ਨੇ ਬੜੇ ਹੀ ਪਿਆਰ ਦੇ ਨਾਲ ਇੱਕ ਗੱਲ ਕਹੀ ਕਿ ਮੈਂ ਫਕੀਰੀ ਨਹੀਂ ਸੀ ਧਾਰਨ ਕੀਤੀ, ਆਪਣੇ ਪ੍ਰਚਾਰ ਲਈ ਥਾਂ ਥਾਂ ਜਾਂਦਾ ਰਿਹਾ। ਤੁਸੀਂ ਗ੍ਰਸਤੀਆਂ ਨੂੰ ਨਿੰਦਦੇ ਹੋ, ਤੁਹਾਡੇ ਲਈ ਇਹ ਚੰਗੀ ਗੱਲ ਨਹੀਂ। ਤੇ ਅੰਨ ਦਾਣੇ ਵਸਤਰ ਆਦਿਕ ਜਿਹੜੇ ਨੇ, ਕੋਈ ਵੀ ਤੁਹਾਨੂੰ ਲੋੜ ਹੁੰਦੀ ਹੈ ਤੇ ਤੁਸੀਂ ਜਾ ਕੇ ਗ੍ਰਸਤੀਆਂ ਦੇ ਕੋਲੋਂ ਮੰਗਦੇ ਹੋ। ਜਿਹੜੇ ਮਿਹਨਤਕਸ਼ ਲੋਕ ਨੇ, ਮਿਹਨਤ ਕਰਕੇ ਨਿਰਵਾਹ ਕਰਦੇ ਨੇ, ਆਪਣੀ ਜ਼ਿੰਦਗੀ ਦਾ ਕਮਾ ਕੇ ਖਾਂਦੇ ਨੇ, ਕਿਰਤ ਕਰਦੇ ਨੇ ਧਰਮ ਦੀ, ਤੇ ਤੁਸੀਂ ਉਹਨਾਂ ਤੋਂ ਹੀ ਜਾ ਕੇ ਮੰਗਦੇ ਹੋ, ਲੋੜਾਂ ਪੂਰੀਆਂ ਕਰਦੇ ਹੋ। ਫਿਰ ਤੁਹਾਡੇ ਨਾਲੋਂ ਉਹ ਇੱਕ ਗਰੀਬ ਮਾਤੜ ਜਿਹੜੇ 10 ਨੌਂ ਦੀ ਕਿਰਤ ਕਮਾਈ ਕਰਕੇ ਖਾਂਦੇ ਨੇ, ਉਹ ਚੰਗੇ ਨੇ ਜਾਂ ਤੁਸੀਂ ਵਿਹਲੜ ਚੰਗੇ ਹੋ? ਆਖਰ ਇਹ ਗੱਲਾਂ ਸੁਣ ਕੇ ਜਿਹੜੇ ਜੋਗੀ ਸੀ ਉਹ ਬਿਲਕੁਲ ਨਿਰੁੱਤਰ ਹੋ ਗਏ। ਉਹਨਾਂ ਦੇ ਕੋਲ ਕੋਈ ਵੀ ਹੋਰ ਚਾਰਾ ਨਹੀਂ ਸੀ, ਕੋਈ ਵੀ ਗੱਲ ਨਹੀਂ ਆਈ, ਉਹਨਾਂ ਨੂੰ ਸਮਝ ਨਹੀਂ ਲੱਗਿਆ। ਤੇ ਪਰ ਇੰਨੀਆਂ ਗੱਲਾਂ ਹੋਣ ਦੇ ਬਾਅਦ ਵੀ ਫਿਰ ਵੀ ਉਹਨਾਂ ਨੇ ਆਪਣਾ ਜਿਹੜਾ ਹੰਕਾਰ ਸੀ ਨਾ, ਵੀ ਅਸੀਂ ਸ਼ਕਤੀਸ਼ਾਲੀ ਕਰਾਮਾਤੀ ਸਿੱਧ ਜੋਗੀ ਪੁੱਜੇ ਹੋਏ ਹਾਂ,
ਆਖਰ ਇਹ ਹੰਕਾਰ ਬਹੁਤ ਹੋ ਜਾਂਦਾ ਵੀ ਮੇਰੇ ਵਰਗਾ ਕੋਈ ਪਾਠੀ ਨਹੀਂ, ਮੇਰੇ ਵਰਗਾ ਕੋਈ ਕੀਰਤਨੀਆ ਨਹੀਂ, ਤੇ ਮੇਰੇ ਵਰਗਾ ਕੋਈ ਕਥਾਵਾਚਕ ਨਹੀਂ, ਪ੍ਰਚਾਰਕ ਨਹੀਂ, ਵਿਦਵਾਨ ਨਹੀਂ, ਲੇਖਕ ਨਹੀਂ। ਇੱਦਾਂ ਹੀ ਹੁੰਦਾ। ਡਾਕਟਰ ਇੱਕ ਸਮਝਦਾ ਕਿ ਮੇਰੇ ਵਰਗਾ ਕੋਈ ਹੋਰ ਡਾਕਟਰ ਹੀ ਨਹੀਂ, ਇਹ ਹੰਕਾਰ ਹੈ। ਇੱਕ ਟੀਚਰ ਕਹੇ ਵੀ ਮੇਰੇ ਵਰਗਾ ਤਾਂ ਕੋਈ ਟੀਚਰ ਹੀ ਨਹੀਂ ਹੈ, ਅਧਿਆਪਕ ਹੀ ਨਹੀਂ ਹੈ ਮੇਰੇ ਵਰਗਾ ਤਾਂ ਹੋਰ, ਹੰਕਾਰ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਝਾਉਣ ਦਾ ਯਤਨ ਕੀਤਾ ਕਿ ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਇਹਨਾਂ ਦੇ ਵਿੱਚ ਕੋਈ ਤੱਤ ਨਹੀਂ। ਉਲਟਾ ਜੋਗੀ ਗੁਰੂ ਪਾਤਸ਼ਾਹ ਜੀ ਨੂੰ ਕਹਿੰਦੇ ਵੀ ਜੇਕਰ ਤੁਸੀਂ ਇੰਨੀ ਮਹਾਨ ਹੋ ਤਾਂ ਤੁਸੀਂ ਕਰਾਮਾਤ ਦਿਖਾਓ। ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਹੀ ਸਭ ਤੋਂ ਵੱਡੀ ਕਰਾਮਾਤ ਆ। ਮਾਲਕ ਦਾ ਨਾਮ ਆਪਣੇ ਅੰਦਰ ਵਸਾ ਲੈਣਾ ਤੇ ਉਹਦੇ ਭਾਣੇ ਵਿੱਚ ਚੱਲਣਾ, ਇਹ ਸਭ ਤੋਂ ਵੱਡੀ ਕਰਾਮਾਤ ਹੈ। ਸਾਹਿਬ ਤੁਠੈ ਜੋ ਮਿਲੇ ਦੀ ਗੱਲ ਹੈ। ਨਾਨਕ ਸਾ ਕਰਾਮਾਤ, ਉਹ ਕਰਾਮਾਤ ਅਸਲੀ ਹੈ ਜਿਹੜੀ ਪਰਮਾਤਮਾ ਵੱਲੋਂ ਤਰੁੱਠ ਕੇ ਬਖਸ਼ਿਸ਼ ਹੋਵੇ, ਮਿਲੇ। ਉਹਦੇ ਵਿੱਚ ਤਰੁੱਠ ਕੇ ਬਖਸ਼ਿਸ਼ ਹੋਇਆ, ਉਹ ਕੁਝ ਵੀ ਹੋ ਸਕਦਾ ਹੈ। ਕੇਤਿਆਂ ਦੁਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਹੇ ਦਾਤਾਰ ਪਾਤਸ਼ਾਹ ਜੀ, ਸਰੀਰ ਉੱਤੇ ਕਿਹੋ ਜਿਹਾ ਮਰਜ਼ੀ ਕਸ਼ਟ ਦੁਬਿਧਾ ਆ ਜਾਵੇ, ਸੁੱਖ ਆ ਜਾਵੇ, ਦੁੱਖ ਆ ਜਾਵੇ, ਇਹ ਸਭ ਤੇਰੀ ਦਾਤ ਹੈ। ਤੇ ਜਦੋਂ ਇਹ ਦਾਤ ਬਣ ਜਾਵੇਗੀ ਨਾ, ਚੇਤਾ ਰੱਖਿਓ, ਉਦੋਂ ਸਤਿਗੁਰੂ ਕਹਿੰਦੇ ਬੰਦ ਖਲਾਸੀ ਭਾਣੇ ਹੋਏ। ਉਹ ਸਤਿਗੁਰੂ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਚੱਲਣ ਦੇ ਨਾਲ ਹੀ ਬੰਧਨਾਂ ਤੋਂ ਖਲਾਸੀ ਹੁੰਦੀ ਹੈ। ਬੰਧਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਈਰਖਾ ਨਿੰਦਾ ਦਵੈਸ਼ ਆਦਿਕ। ਪ੍ਰਭੂ ਮਾਲਕ ਪਰਮਾਤਮਾ ਜਿਹੜੇ ਨਾਮ ਜਪਦੇ ਨੇ ਉਹਦਾ, ਉਹਨਾਂ ਦੇ ਅੰਦਰੋਂ ਜਿਹੜੇ ਹੰਕਾਰ ਵਾਲੇ ਗੁਣ ਨੇ, ਵਿਕਾਰ ਨੇ, ਉਹਨਾਂ ਨੂੰ ਖਤਮ ਕਰ ਦਿੰਦਾ ਹੈ, ਤੋੜ ਦਿੰਦਾ ਹੈ। ਤੇ ਆਖਰ ਉੱਥੇ ਹੀ ਗੁਰੂ ਪਾਤਸ਼ਾਹ ਜੀ ਦੇ ਨਾਲ ਜੋਗੀਆਂ ਦੀ ਇੱਕ ਬਹੁਤ ਵੱਡੀ ਚਰਚਾ ਹੋਈ, ਜਿਸ ਚਰਚਾ ਦਾ ਨਾਮ ਗਿਆਨ ਦਾ ਵਿਚਾਰ ਵਟਾਂਦਰਾ ਹੋਇਆ, ਇਹ ਕਹਿ ਲਈਏ। ਉਸੇ ਹੀ ਚਰਚਾ ਨੂੰ ਗੁਰੂ ਪਾਤਸ਼ਾਹ ਜੀ ਨੇ ਬਾਣੀ ਦਾ ਰੂਪ ਦੇ ਕੇ ਸਿੱਧ ਗੋਸ਼ਟ ਦਾ ਨਾਮ ਦੇ ਦਿੱਤਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋਗੀਆਂ ਨੂੰ ਪਹਿਲੀ ਉਦਾਸੀ ਦੇ ਵਿੱਚ ਗੋਰਖ ਮਤੇ, ਦੂਜੀ ਉਦਾਸੀ ਵੇਲੇ ਸੁਮੇਰ ਪਰਬਤ, ਗੋਰਖ ਹੱਟੜੀ ਪਸਾਵਰ, ਤੀਜੀ ਉਦਾਸੀ ਦੀ ਵਾਪਸੀ ਤੇ ਮਿਲ ਚੁੱਕੇ ਨੇ। ਤੇ ਜਿੰਨੀ ਵੀ ਵਿਚਾਰ ਹੋਈ ਪਹਿਲੀ, ਦੂਜੀ, ਤੀਜੀ ਉਦਾਸੀ ਦੇ ਵੇਲੇ, ਉਹ ਸਾਰੀ ਬਾਣੀ ਨੂੰ ਸਿੱਧ ਗੋਸ਼ਟ ਵਿੱਚ ਸ਼ਾਮਲ ਕਰ ਦਿੱਤਾ। ਹੁਣ ਜਿਹੜੀ ਇਸ ਗੋਸ਼ਟੀ ਦੇ ਵਿੱਚ ਸਭ ਤੋਂ ਵੱਧ ਮੋਹਰੀ ਹੋ ਕੇ, ਕਿਉਂਕਿ ਜੋਗੀ ਬਹੁਤੇ ਸਨ, ਉਹਨਾਂ ਬਹੁਤਿਆਂ ਦੇ ਇੱਕ ਇੱਕ ਬੰਦਾ ਗੱਲ ਕਰਦਾ ਤਾਂ ਰੌਲਾ ਬਹੁਤ ਪੈਣਾ ਸੀ। ਇਸ ਕਰਕੇ ਉਹਨਾਂ ਨੇ ਇਹ ਸਿਆਣਪ ਵਰਤੀ ਕਿ ਉਹਨਾਂ ਦੇ ਜਿਹੜੇ ਮੁਖੀ ਸਨ, ਉਹਨਾਂ ਜੋਗੀਆਂ ਦੇ ਵਿੱਚੋਂ ਜਿਹਦਾ ਨਾਮ ਭਾਈ ਗੁਰਦਾਸ ਜੀ ਨੇ ਵਾਰਾਂ ਦੇ ਵਿੱਚ ਵੀ ਲਿਖਿਆ ਹੈ, ਲੋਹਾ ਰੀਪਾ ਚਰਪਟ, ਸਿੱਧ ਗੋਸ਼ਟ ਬਾਣੀ ਦੇ ਵਿੱਚ ਵੀ ਇਹ ਨਾਮ ਦਰਜ ਨੇ। ਤੇ ਇੱਕ ਨਾਮ ਹੈ ਭੰਗਰਨਾਥ, ਇਹਨਾਂ ਦਾ ਜ਼ਿਕਰ ਕੀਤਾ ਹੈ। ਇਹਨਾਂ ਨੇ ਕਰਾਮਾਤ ਵਿਖਾ ਕੇ ਗੁਰੂ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਨੂੰ ਭਰਮਾਉਣ ਦਾ ਬਹੁਤ ਯਤਨ ਕੀਤਾ। ਤੇ ਪਿਆਰਾ ਸਿੰਘ ਪਦਮ ਜੀ ਨੇ ਬੜੇ ਹੀ ਸੋਹਣੇ ਲਫ਼ਜ਼ ਲਿਖੇ ਨੇ ਕਿ ਇਸ ਵਿਚਾਰ ਚਰਚਾ ਦੇ ਵਿੱਚ ਗੁਰੂ ਨਾਨਕ ਸਾਹਿਬ ਵੱਲੋਂ ਜਿਹੜੇ ਦਿੱਤੇ ਗਏ ਉੱਤਰਾਂ ਦਾ ਢੰਗ ਸੀਗਾ ਉਹ ਕਿਹੋ ਜਿਹਾ ਸੀ। ਉਹ ਲਿਖਦੇ ਨੇ, ਕਹਿੰਦੇ ਸਿੱਧ ਗੋਸ਼ਟ ਤੋਂ ਜਿੱਥੇ ਗੁਰੂ ਸਾਹਿਬ ਦੀ ਤਾਰਕਿਕ ਸ਼ਕਤੀ ਦਾ ਪਤਾ ਲੱਗਦਾ ਹੈ, ਉੱਥੇ ਇਹ ਵੀ ਮਾਲੂਮ ਹੁੰਦਾ ਹੈ ਕਿ ਉਹ ਆਪਣੀ ਵਿਚਾਰਧਾਰਾ ਵਿੱਚ ਕਿਤਨੇ ਸਪਸ਼ਟ ਸਨ। ਕਿਸ ਤਰ੍ਹਾਂ ਵਿਰੋਧੀਆਂ ਵੱਲੋਂ ਉਠਾਏ ਸ਼ੰਕਿਆਂ ਦੇ ਸਹਿਜੇ ਨਿਵਾਰਨ ਕਰ ਸਕਦੇ ਹਨ। ਇਹ ਪ੍ਰਸ਼ਨ ਉੱਤਰੀ ਧਰਮ ਦੇ ਜਿਗਿਆਸੂਆਂ ਦੇ ਕੰਮ ਆਉਣ ਵਾਲੀ ਚੀਜ਼ ਹੈ। ਇਸ ਲਈ ਆਪ ਜੀ ਨੇ ਇਸ ਨੂੰ ਛੰਦਾਬੰਦੀ ਵਿੱਚ ਗੁੰਦ ਕੇ ਸਦਾ ਲਈ ਸੰਭਾਲ ਦਿੱਤਾ। ਸਿੱਧ ਗੋਸ਼ਟ ਕੀ ਇਹ ਵਿਸ਼ੇਸ਼ ਖੂਬੀ ਹੈ ਇਹ ਵਿਸ਼ੇਸ਼ ਖੂਬੀ ਹੈ ਕਿ ਉੱਤਰ ਦਿੱਤੇ ਗਏ ਹਨ ਬੜੇ ਢੁਕਵੇਂ ਤੇ ਤਸੱਲੀ ਬਖਸ਼ ਹਨ। ਇਹ ਸਾਰੀ ਗੱਲ ਬੜੇ ਠਰੰਮੇ ਤੇ ਸੰਜਮ ਭਰਪੂਰ ਸ਼ੈਲੀ ਵਿੱਚ ਆਖੀ ਗਈ ਹੈ। ਵੈਸ ਦੀ ਪਹਿਲੀ ਸ਼ਰਤ ਹੀ ਇਹ ਸੀ ਕਿ ਰੋਸ ਨਾ ਕੀਜੇ ਉੱਤਰ ਦੀਜੇ ਦੀ ਗੱਲ ਹੈ, ਕਿ ਰੋਸ ਨਹੀਂ ਕਰਨਾ, ਉੱਤਰ ਦੇਣਾ। ਜਿਹੜੀ ਗੱਲ ਕਹੀ ਗਈ ਆ, ਸਵਾਲ ਕੀਤਾ ਕਿ ਉਹਦਾ ਜਵਾਬ ਦਿਓ।
ਤੇ ਗੁਰੂ ਸਾਹਿਬ ਜੀ ਨੇ ਚਰਚਾ ਕਿਸੇ ਝਗੜੇ ਲਈ ਨਹੀਂ, ਸਗੋਂ ਇਹ ਗੱਲਬਾਤ ਜਿੰਨੀ ਵੀ ਕੀਤੀ, ਗਿਆਨ ਦੀ ਗੋਸ਼ਟੀ, ਸਿੱਧ ਗੋਸ਼ਟ ਹੋਈ, ਇਹ ਆਤਮਿਕ ਖੋਜ ਦੇ ਲਈ ਸੀ। ਖੋਜ ਪੱਤਰਿਕਾ ਨਵੰਬਰ 1969 ਦੇ ਵਿੱਚ ਪੰਨਾ ਨੰਬਰ 44 ਦੇ ਉੱਤੇ ਇਹ ਪਿਆਰਾ ਸਿੰਘ ਪਦਮ ਦੇ ਲਿਖੇ ਹੋਏ ਬੋਲ ਹਨ। ਹੁਣ ਗੱਲ ਕਰਦੇ ਹਾਂ ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਦੇ ਵਿੱਚ ਪੌੜੀਆਂ ਦਰਜ ਕੀਤੀਆਂ ਨੇ। ਜੋਗੀਆਂ ਨਾਲ ਹੋਈ ਚਰਚਾ ਨੂੰ ਉਹਨਾਂ ਨੇ ਇੱਕ ਬੜਾ ਸੋਹਣਾ ਵਿਸਥਾਰ ਦੇ ਕੇ ਲਿਖਿਆ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ। ਫਿਰ ਉਦਾਸੀਆਂ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਭਾਵ ਕਿ ਬਾਬਾ ਕਰਤਾਰਪੁਰ ਵਿਖੇ ਆ ਗਏ ਹਨ ਤੇ ਜਿੰਨਾ ਵੀ ਭੇਖ ਉਦਾਸੀ ਸਗਲ ਉਤਾਰਾ, ਜਿੰਨਾ ਉਦਾਸੀਆਂ ਵਾਲਾ ਭੇਖ ਸੀ ਉਹ ਸਰੀਰੋਂ ਲਾਹ ਦਿੱਤਾ ਹੈ। ਇੱਥੇ ਮੈਂ ਇੱਕ ਹੋਰ ਗੱਲ ਕਰ ਦੇਵਾਂ, ਸੰਗਤਾਂ ਦੇ ਧਿਆਨ ਹਿੱਤ ਆ ਜਾਵੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਹਜ਼ੂਰੀ ਸਿੱਖਾਂ ਦੇ ਨਾਮ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜਦੋਂ ਉਹਨੂੰ ਡੀਪਲੀ ਧਿਆਨ ਦੇ ਨਾਲ ਤੁਸੀਂ ਪੜ੍ਹੋਗੇ। ਭਾਈ ਗੁਰਦਾਸ ਜੀ ਤੀਜੇ ਪਾਤਸ਼ਾਹ ਜੀ ਦੇ ਭਤੀਜੇ ਹਨ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ, ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਹੀ ਗੁਰੂ ਅੰਗਦ ਪਾਤਸ਼ਾਹ ਜੀ ਦੇ ਕੋਲ ਆ ਗਏ ਸਨ। ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਲੰਮਾ ਸਮਾਂ ਗੁਰੂ ਅੰਗਦ ਪਾਤਸ਼ਾਹ ਜੀ ਦੇ ਕੋਲ ਬਿਤਾਇਆ, ਉੱਥੇ ਹੀ ਭਾਈ ਗੁਰਦਾਸ ਜੀ ਨੇ ਵੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਵਡਿਆਈਆਂ, ਸਿੱਖਾਂ ਦੇ ਗੁਣ, ਸਲੀਕੇ, ਉਹਨਾਂ ਦਾ ਆਚਰਣ, ਸਾਰਾ ਕੁਝ ਆਪ ਅੱਖੀਂ ਵੇਖਿਆ ਤੇ ਕਿਹੜੇ ਕਿਹੜੇ ਸਿੱਖ ਗੁਰੂ ਸਾਹਿਬਾਨ ਜੀ ਦੇ ਨਾਲ ਸਨ ਹਜ਼ੂਰੀ ਸਿੱਖਾਂ ਦੇ ਵਿੱਚ, ਉਹ ਸਾਰਿਆਂ ਦਾ ਵਿਸ਼ੇਸ਼ ਵਰਣਨ ਆਪਣੀਆਂ ਵਾਰਾਂ ਵਿੱਚ ਕੀਤਾ। ਤੇ ਭਾਈ ਗੁਰਦਾਸ ਜੀ ਲਿਖਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਾਰੇ, ਕਹਿੰਦੇ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਅਕਾਲ ਰੂਪ ਆਪ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਦੂਜਾ ਉਹਨਾਂ ਦੇ ਨਾਲ ਰਬਾਬ ਵਜਾਉਣ ਵਾਲਾ ਰਬਾਬੀ ਮਰਦਾਨਾ ਹੈ। ਤੀਜੇ ਦਾ ਜ਼ਿਕਰ ਨਹੀਂ, ਚੇਤਾ ਰੱਖਿਓ। ਤੀਜਾ ਜਾਤ ਦਾ ਹੰਕਾਰੀ ਤੇ ਆਪਣੇ ਆਪ ਨੂੰ ਸ੍ਰੇਸ਼ਟ ਸਮਝਣ ਵਾਲਾ, ਉੱਚਾ ਸਮਝਣ ਵਾਲਾ, ਗਿਆਨਵਾਨ ਸਮਝਣ ਵਾਲਾ, ਜੋ ਕਹਾਣੀਆਂ ਸਾਖੀਆਂ ਦੇ ਵਿੱਚ ਮਿਲਦਾ, ਇੱਕ ਬਹੁਤ ਵੱਡਾ ਹੰਕਾਰੀ ਪੁਰਸ਼ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਖੜਾ ਕਰ ਦਿੱਤਾ, ਜਿਹੜਾ ਕਿ ਹਰ ਸਮੇਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਦੇ ਉੱਤੇ ਤਰਕ ਕਰਦਾ ਸੀ। ਉਹ ਗੱਲ ਨੂੰ ਮੰਨਦਾ ਨਹੀਂ ਸੀ, ਉਲਟੀ ਗੱਲ ਹੀ ਕਰਦਾ ਸੀ ਹਰ ਸਮੇਂ। ਤੇ ਜਿੱਥੇ ਭਾਈ ਮਰਦਾਨਾ ਜੀ ਦੀ ਏਡੀ ਵੱਡੀ ਘਾਲਣਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ, ਉਸ ਨੂੰ ਕਦੀ ਵੀ ਮਿਟਾਇਆ ਨਹੀਂ ਜਾ ਸਕਦਾ, ਲੁਕਾਇਆ ਨਹੀਂ ਜਾ ਸਕਦਾ, ਛਪਾਇਆ ਨਹੀਂ ਜਾ ਸਕਦਾ। ਸੋ ਗੁਰੂ ਨਾਨਕ ਪਾਤਸ਼ਾਹ ਜੀ ਉਦਾਸੀਆਂ ਦੇ ਵਿੱਚ ਤੇ ਭਾਈ ਮਰਦਾਨਾ ਜੀ ਹਮੇਸ਼ਾ ਦੋਨੋਂ ਹੀ ਇਕੱਠੇ ਰਹੇ ਨੇ, ਤੀਜੇ ਦਾ ਕਿਤੇ ਜ਼ਿਕਰ ਨਹੀਂ ਮਿਲਦਾ। ਇਤਿਹਾਸ ਵਿੱਚ ਸਾਡੇ ਉੱਤੇ ਬ੍ਰਾਹਮਣੀਕਰਨ ਕਰਨ ਦੇ ਲਈ ਧੱਕੇ ਨਾਲ ਥੋਪਿਆ ਗਿਆ। ਗੁਰਮਤ ਦੇ ਵਿੱਚ ਜਾਤ ਨੂੰ ਕੋਈ ਥਾਂ ਨਹੀਂ, ਜਾਤ ਪਾਤ ਨੂੰ। ਜਾਤ ਕਾ ਗਰਭ ਨਾ ਕਰਿਓ ਮੂਰਖ ਗਵਾਰਾ, ਇਸ ਗਰਭ ਤੇ ਚੱਲੇ ਬਹੁਤ ਅਹੰਕਾਰਾ। ਹੰਕਾਰੀ ਹੁੰਦਾ, ਕਹਿੰਦੇ ਜਾਤ ਦਾ, ਆਪਣੇ ਆਪ ਨੂੰ ਉੱਚ ਜਾਤੀਆ ਮੰਨਣ ਵਾਲਾ ਜਾਤ ਦਾ ਹੰਕਾਰੀ ਹੁੰਦਾ ਉਹ। ਆਓ, ਬਾਬਾ ਆਇਆ ਕਰਤਾਰਪੁਰ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ। ਗੁਰੂ ਪਾਤਸ਼ਾਹ ਜੀ ਉਦਾਸੀਆਂ ਦੇ ਪ੍ਰਚਾਰ ਫੇਰੀ ਤੋਂ ਬਾਅਦ ਕਰਤਾਰਪੁਰ ਦੇ ਵਿੱਚ ਆਏ ਤੇ ਸਾਰਾ ਭੇਖ ਜਿਹੜਾ ਸੀਗਾ ਸਰੀਰੋਂ ਉਦਾਸੀ ਵਾਲਾ ਉਹ ਉਤਾਰ ਦਿੱਤਾ। ਕੀ ਕੀਤਾ? ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਗੁਰੂ ਪਾਤਸ਼ਾਹ ਜੀ ਨੇ ਸੰਸਾਰੀ ਕੱਪੜੇ ਸੀ ਜਿਹੜੇ ਉਹ ਪਾ ਲਏ। ਜਿਵੇਂ ਸੰਸਾਰ ਦੇ ਵਿੱਚ ਆਮ ਗ੍ਰਸਤੀ ਜੀਵਨ ਬਤੀਤ ਕਰਨ ਵਾਲੇ ਲੋਕ ਰਹਿੰਦੇ ਸਨ, ਉਸੇ ਹੀ ਲੋਕਾਂ ਦੇ ਵਿੱਚ ਉਹੀ ਪਹਿਰਾਵੇ ਦੇ ਵਿੱਚ ਗੁਰੂ ਪਾਤਸ਼ਾਹ ਜੀ ਆ ਗਏ। ਮੰਜੀ, ਗੱਦੀ ਉੱਤੇ ਬੈਠ ਕੇ ਭਾਵ ਕੇ ਵਿਰਾਜਣਾ ਕੀਤਾ। ਇਹਦੇ ਅਰਥ ਇਉਂ ਵੀ ਕੀਤੇ ਜਾ ਸਕਦੇ ਨੇ ਕਿ ਲੋਕਾਂ ਦਾ ਪਾਤਸ਼ਾਹ ਜੀ ਨੇ ਸੰਸਾਰ ਦੇ ਵਿੱਚ ਸੰਸਾਰੀ ਕੱਪੜੇ ਪਹਿਨ ਕੇ, ਜਿਹੜੇ ਬਾਕੀ ਆਸੇ-ਪਾਸੇ ਦੇ ਇਲਾਕੇ ਰਹਿ ਗਏ ਸਨ ਪ੍ਰਚਾਰ ਤੋਂ, ਉਦਾਸੀਆਂ ਤੋਂ ਬਾਅਦ ਵਾਲੇ, ਉਹਨਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸਮਝਾਇਆ, ਗਿਆਨ ਦਿੱਤਾ
ਕਿ ਸ੍ਰੇਸ਼ਟ ਗੁਰੂ ਦੇ ਗਿਆਨ ਦੇ ਨਾਲ ਜੁੜ ਕੇ ਤੁਹਾਡਾ ਪਾਰ ਉਤਾਰਾ ਹੋ ਸਕਦਾ ਹੈ। ਉਲਟੀ ਗੰਗ ਬਹਾਇਓਨ ਗੁਰ ਅੰਗਦ ਸਿਰ ਉੱਪਰ ਧਾਰਾ। ਕਹਿੰਦੇ ਉਲਟੀ ਗੰਗਾ ਚਲਾ ਦਿੱਤੀ, ਉਲਟ ਗੰਗ ਬਹਾਇਓਨ ਗੁਰ, ਤੇ ਸਿਰ ਉੱਪਰ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਧਾਰਿਆ ਭਾਵ ਕੇ ਥਾਪਿਆ। ਇਹ ਕਦੇ ਵੀ ਨਹੀਂ ਹੋਇਆ ਸੀ ਵੀ ਕਿਸੇ ਆਪਣੇ ਸਿੱਖ ਚੇਲੇ ਨੂੰ, ਸਿਖਿਆਰਥੀ ਨੂੰ ਗੁਰਤਾ ਗੱਦੀ ਮਿਲ ਗਈ ਹੋਵੇ। ਇਹ ਸੰਸਾਰ ਦੇ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੰਗਦ ਸਾਹਿਬ ਜੀ ਨੂੰ ਗੁਰੂ ਅੰਗਦ ਬਣਾ ਦਿੱਤਾ। ਆਮ ਕਰਕੇ ਇੱਕ ਇਤਿਹਾਸ ਦੇ ਵਿੱਚ ਬਚਨ ਪੜ੍ਹਦੇ ਹਾਂ ਕਿ ਲਹਿਨੇ ਕੋ ਅੰਗੋਂ ਸੇ ਲਗਾ ਕਰ ਅੰਗਦ ਕਰ ਦਿਆ, ਅੰਗਦ ਹੀ ਨਹੀਂ ਕੀਆ ਅੰਗਦ ਸੇ ਖੁਦਾ ਕਰ ਦਿਆ। ਕਿ ਉਸ ਨੂੰ ਖੁਦ ਆਪੇ ਦਾ ਮਾਲਕ ਅਕਾਲ ਪੁਰਖ ਦੀ ਜੋਤ ਨਾਨਕ ਜੋਤ ਬਖਸ਼ ਦਿੱਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਤੇ ਉਹਨਾਂ ਦੇ ਅੱਗੇ ਸੀਸ ਨਵਾ ਕੇ ਉਹਨਾਂ ਨੂੰ ਗੁਰੂ ਕਰਕੇ ਥਾਪੜਾ ਦੇ ਦਿੱਤਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਜਦੋਂ ਨਾਨਕ ਜੋਤ ਅੰਗਦ ਸਾਹਿਬ ਜੀ ਦੇ ਵਿੱਚ ਗੁਰੂ ਦਾ ਦਰਜਾ ਉਹਨਾਂ ਨੂੰ ਮਿਲ ਗਿਆ, ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਆਪ ਸੰਗਤ ਦੇ ਵਿੱਚ ਪਹਿਲਾਂ ਨਮਸਕਾਰ ਕੀਤੀ, ਮੱਥਾ ਟੇਕਿਆ, ਸਿਰ ਦਸਤਾਰਬੰਦੀ ਕੀਤੀ, ਗੁਰਬਾਣੀ ਦੀਆਂ ਪੋਥੀਆਂ ਉਹਨਾਂ ਦੀ ਝੋਲੀ ਪਾ ਕੇ ਉਹਨਾਂ ਨੂੰ ਮੱਥਾ ਟੇਕਿਆ, ਤਾਂ ਕਿ ਪਿੱਛੇ ਕੋਈ ਸਵਾਲ ਨਾ ਕਰ ਸਕੇ ਵੀ ਹੁਣ ਅਸੀਂ ਮੱਥਾ ਕਿਹਨੂੰ ਟੇਕਾਂਗੇ। ਮਾਫ਼ ਕਰਿਓ, ਅੱਜ ਸਿੱਖਾਂ ਨੂੰ ਦੱਸਣਾ ਪੈਂਦਾ ਵੀ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਆ, ਸਿਰਫ ਮੱਥਾ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ, ਨਾ ਕਿ ਕਿਸੇ ਹੋਰ ਕਿਸੇ ਵੀ ਬੰਦੇ ਦੇ, ਸਾਧ ਬ੍ਰਹਮ ਗਿਆਨੀ ਆਪੂ ਬਣੇ ਦੇ ਅਖੌਤੀਆਂ ਚੇਲਿਆਂ ਚਪਟਿਆਂ ਦੇ ਪੈਰਾਂ ਦੇ ਵਿੱਚ ਖੋਡਿਆਂ ਵਿੱਚ ਮੱਥਾ ਟੇਕਣਾ। ਸਿਰਫ ਤੇ ਸਿਰਫ ਸਿੱਖਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਹੋਰ ਕੋਈ ਵੀ ਕਿਸੇ ਕਿਸਮ ਦਾ ਗ੍ਰੰਥ ਕਿਤਾਬ ਕੋਈ ਵੀ ਸਾਡਾ ਗੁਰੂ ਨਹੀਂ, ਸਿਵਾਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਅੱਗੇ ਲਿਖਦੇ ਨੇ ਭਾਈ ਗੁਰਦਾਸ ਜੀ, ਕਹਿੰਦੇ ਪੁੱਤਰੀ ਕੌਲ ਨਾ ਪਾਲਿਆ ਮਨ ਖੋਟੇ ਆਕੀ ਨਸਿਆਰਾ। ਕਹਿੰਦੇ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਿੱਤੀ ਕਿਉਂਕਿ ਪੁੱਤਰਾਂ ਨੇ ਬਚਨ ਨੂੰ ਨਹੀਂ ਮੰਨਿਆ। ਇਹਦੇ ਵਿੱਚ ਇਹ ਨਹੀਂ ਵੀ ਜਿਹੜੀ ਗੁਰਤਾ ਗੱਦੀ ਆ ਵੀ ਉਹ ਪਿਤਾ ਪੁਰਖੀ ਆ, ਵੀ ਜੇ ਗੁਰੂ ਨਾਨਕ ਸਾਹਿਬ ਜੀ ਕੋਲੇ ਸੀ ਤਾਂ ਅੱਗੇ ਸ੍ਰੀ ਚੰਦ ਜਾਂ ਲਖਮੀ ਦਾਸ ਨੂੰ ਮਿਲਣੀ ਚਾਹੀਦੀ ਸੀ, ਵੱਡੇ ਪੁੱਤਰ ਸ੍ਰੀ ਚੰਦ ਨੂੰ। ਬਹੁਤ ਰੌਲਾ ਪਾਇਆ ਸ੍ਰੀ ਚੰਦ ਨੇ ਵੀ। ਪਰ ਭਾਈ ਗੁਰਦਾਸ ਜੀ ਵੀ ਲਿਖਦੇ ਨੇ, ਕਹਿੰਦੇ ਪੁੱਤਰਾਂ ਨੇ ਕੌਲ ਨਾ ਮੰਨਿਆ, ਬਚਨ ਨੂੰ ਨਾ ਮੰਨਿਆ, ਮਨ ਦੇ ਖੋਟੇ ਸੀ, ਬਾਗੀ ਸੀ ਗੁਰੂ ਨਾਨਕ ਦੇ ਬਚਨ ਤੋਂ, ਸਿੱਖਿਆ ਤੋਂ, ਬਾਣੀ ਤੋਂ, ਤੇ ਉਹ ਸਦਾ ਲਈ ਹੀ ਬਾਗੀ ਕਹਿਲਾਏ ਗਏ। ਤੇ ਉਹ ਇਹ ਗੱਲ ਪ੍ਰਵਾਨ ਕਰ ਲਈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਕਹਿਣੇ ਤੋਂ ਬਾਹਰ ਹਾਂ। ਤੇ ਜਿਹੜੇ ਮਨ ਦੇ ਖੋਟੇ ਆਕੀ ਨੇ, ਨਸਿਆਰੇ ਹੋ ਗਏ, ਨੱਸਣ ਵਾਲੇ ਹੋ ਗਏ ਬਚਨਾਂ ਤੋਂ, ਉਹਨਾਂ ਨੂੰ ਸਾਡੇ ਕਈ ਬੁੱਝੜ ਲੋਕ ਗੁਰੂ ਤੋਂ ਵੀ ਵੱਧ ਦਰਜਾ ਦੇ ਕੇ ਉਹਨਾਂ ਦੀ ਇਹ ਕਹਿ ਲਈ ਵੀ ਪੂਜਾ ਭਗਤੀ ਕਰ ਰਹੇ ਨੇ। ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਹੀਂ ਹੋ ਸਕੇ, ਉਹ ਸਾਡੇ ਵੀ ਕੁਝ ਨਹੀਂ ਹੋ ਸਕਦੇ, ਚੇਤਾ ਰੱਖਿਓ। ਹਾਂ, ਦੂਜੀ ਗੱਲ, ਸਤਿਕਾਰਯੋਗ ਹਨ ਵੀ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੁੱਤਰ ਸਨ, ਪਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਤੋਂ ਬਾਗੀ ਆ, ਉਹ ਕਦੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਹੀਂ ਹੋ ਸਕਦਾ ਤੇ ਉਹ ਸਾਡਾ ਵੀ ਨਹੀਂ ਹੋ ਸਕਦਾ। ਇੱਥੇ ਗੱਲ ਬਿੰਦੀ ਪੁੱਤਰ ਦੀ ਨਹੀਂ, ਨਾਦੀ ਪੁੱਤਰ ਦੀ ਹੈ, ਨਾਦ ਦੀ, ਸ਼ਬਦ ਵਿੱਚੋਂ ਪੈਦਾ ਹੋਏ ਪੁੱਤਰ ਦੀ। ਉਹ ਕੌਣ ਹੈ? ਲਹਿਣਾ, ਗੁਰੂ ਅੰਗਦ ਪਾਤਸ਼ਾਹ ਜੀ। ਬਾਣੀ ਦੇ ਵਿੱਚ ਵੀ ਸੱਤੇ ਬਲਵੰਡ ਦੀ ਵਾਰ ਦੇ ਵਿੱਚ ਵੀ ਇਹ ਬਚਨ ਦਰਜ ਨੇ ਕਿ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰਟੀਏ ਦੀ ਗੱਲ ਆਉਂਦੀ ਹੈ। ਉੱਥੇ ਵੀ ਲਿਖਿਆ ਹੋਇਆ ਵੀ ਦਿਲ ਦੇ ਖੋਟੇ ਨੇ ਤੇ ਆਕੀ ਨਸਿਆਰੇ ਹੋਏ ਫਿਰਦੇ ਨੇ, ਦਿਲ ਦੇ ਖੋਟੇ। ਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਬਕਾਇਦਾ ਉਸ ਬਚਨ ਨੂੰ ਆਪ ਸਨਮੁਖ ਬੈਠ ਕੇ ਬਾਣੀ ਦੇ ਵਿੱਚ ਦਰਜ ਕਰਵਾਇਆ ਹੈ। ਸੱਤੇ ਬਲਵੰਡ ਦੀ ਵਾਰ। ਬਾਣੀ ਮੁਖੋਂ ਉਚਾਰੀਐ ਹੋਏ ਰੁਸਨਾਈ ਮਿਟੇ ਅੰਧਿਆਰਾ। ਕਰਤਾਰਪੁਰ ਦੇ ਵਿੱਚ ਰਹਿ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਮੁਖੋਂ, ਮੂੰਹ ਤੋਂ ਬਾਣੀ ਉਚਾਰਨ ਕੀਤੀ। ਇਸ ਦਾ ਜਿਹੜਾ ਚਾਨਣ ਸੀ
ਉਹ ਸੰਸਾਰ ਦੇ ਵਿੱਚ ਹੋਵੇ ਤੇ ਅੰਧੇਰਾ ਮਿਟ ਜਾਵੇ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਵਿੱਚ ਵੀ ਇਹ ਗੱਲ ਲਿਖੀ ਹੈ ਕਿ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਮਿਟੀ ਧੁੰਦ, ਅਗਿਆਨਤਾ ਦੀ ਧੁੰਦ ਮਿਟ ਗਈ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਮਤਿ ਦੇ ਚਾਨਣ ਦੇ ਰਾਹੀਂ। ਕਿਉਂਕਿ ਨਾਨਕ ਜਿਹੜਾ ਨਾਮ ਹੈ ਉਹ ਹੈ ਹੀ ਸ਼ਬਦ, ਉਹ ਹੈ ਹੀ ਹਨੇਰਾ ਦੂਰ ਕਰਨ ਵਾਲਾ। ਗੁਰੂ ਦਾ ਅਰਥ ਹੀ, ਅੱਗੂ ਦਾ ਅਰਥ ਹੈ ਹਨੇਰਾ, ਰੂ ਦਾ ਅਰਥ ਹੈ ਦੂਰ ਕਰਨ ਵਾਲਾ। ਗੁਰੂ ਹਨੇਰਾ ਦੂਰ ਕਰਦਾ ਹੈ, ਹਨੇਰੇ ਨੂੰ ਮਿਟਾਉਣ ਵਾਲਾ ਹੈ। ਜਿੱਥੇ ਗਿਆਨ ਪ੍ਰਗਟ ਹੋ ਜਾਂਦਾ ਉੱਥੇ ਅਗਿਆਨ ਮਿਟ ਜਾਂਦਾ। ਅੱਗੇ ਲਿਖਦੇ ਨੇ ਭਾਈ ਗੁਰਦਾਸ ਜੀ, ਕਹਿੰਦੇ ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਧੁਨਕਾਰਾ। ਕਹਿੰਦੇ ਹਰ ਰੋਜ਼ ਹਰ ਸਮੇਂ ਕਰਤਾਰਪੁਰ ਦੇ ਵਿੱਚ ਗਿਆਨ ਦੀ ਜਿਹੜੀ ਵਾਰਿਸ਼ ਆ ਉਹ ਹੁੰਦੀ ਰਹਿੰਦੀ ਏ, ਚਰਚਾ ਹੁੰਦੀ ਰਹਿੰਦੀ ਏ, ਤੇ ਇੱਕ ਰਸ ਸ਼ਬਦ ਦੀ ਧੁਨੀ ਲਗਾਤਾਰ ਵੱਜ ਰਹੀ ਏ। ਸ਼ਬਦ ਦੀ ਧੁਨਕਾਰ ਜਿਹੜੀ ਹਰ ਸਮੇਂ ਚੱਲ ਰਹੀ ਏ। ਸੋਦਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਸੰਧਿਆ ਦੇ ਸਮੇਂ, ਸ਼ਾਮ ਦੇ ਸਮੇਂ ਜਦੋਂ ਸੂਰਜ ਛਿਪ ਜਾਂਦਾ ਹੈ, ਉਦੋਂ ਸੋਦਰ ਦੇ ਸ਼ਬਦ ਗਾਏ ਜਾਂਦੇ ਨੇ, 16 ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੈ, ਤੇ ਉੱਥੇ ਹੀ ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਜਿਹੜਾ ਉਚਾਰਨ ਹੈ ਉਹ ਸਿੱਖ ਸੰਗਤਾਂ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਲਗਾਤਾਰ ਕਰਦੀਆਂ ਹਨ। ਗੁਰਮੁਖ ਭਾਰ ਅਥਰਬਣ ਤਾਰਾ। ਕਹਿੰਦੇ ਗੁਰਮੁਖਾਂ ਨੇ ਇਹ ਕਹਿ ਲਓ ਵੀ ਅਥਰਬਣ ਵੇਦ ਦਾ ਭਾਰ ਸਿੱਟ ਦਿੱਤਾ ਹੈ। ਉਹ ਸਿਰਫ ਤੇ ਸਿਰਫ ਹੁਣ ਗੁਰੂ ਕੀ ਬਾਣੀ ਉੱਤੇ ਭਰੋਸਾ ਕਰਦੇ ਹਨ। ਗੁਰੂ ਕੀ ਬਾਣੀ ਤੋਂ ਭਰੋਸਾ ਹੋਰ ਸਿੱਖ ਦਾ ਕੋਈ ਵੀ ਨਹੀਂ ਹੈ। ਇਸੀ ਭਾਈ ਗੁਰਦਾਸ ਜੀ ਦੀ ਵਾਰ ਦੇ ਵਿੱਚੋਂ, ਪਹਿਲੀ ਵਾਰ ਦੇ ਵਿੱਚੋਂ 38ਵੀਂ ਪੌੜੀ, ਤੇ ਅਗਲੀ ਨਾਲ ਹੀ ਹੈ 39ਵੀਂ ਪੌੜੀ। ਉਹਦੇ ਵਿੱਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਮੇਲਾ ਸੁਣ ਸਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਜਿੱਥੇ ਸਿੱਧਾਂ ਦੇ ਨਾਲ ਇੱਕ ਲੰਮੀ ਵਿਚਾਰ ਚਰਚਾ ਹੁੰਦੀ ਹੈ, ਸੁਮੇਰ ਪਰਬਤ ਤੇ ਗੋਰਖਮਤਾ ਪੇਸ਼ਾਵਰ ਤੋਂ ਬਾਅਦ ਇਹ ਜਿਹੜੀ ਅਗਲੀ ਵਿਚਾਰ ਹੁੰਦੀ ਹੈ ਉਹ ਹੁੰਦੀ ਹੈ ਅਚਲ ਬਟਾਲੇ। ਮੇਲਾ ਸੁਣ ਸਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਸ਼ਿਵਰਾਤਰੀ ਦਾ ਮੇਲਾ ਸੁਣ ਕੇ ਜਿੱਥੇ ਪਤਾ ਲੱਗਿਆ ਕਿ ਬਹੁਤ ਭਾਰੀ ਇਕੱਠ ਹੋਇਆ ਲੋਕਾਂ ਦਾ, ਗੁਰੂ ਨਾਨਕ ਪਾਤਸ਼ਾਹ ਜੀ ਨੇ ਅਚਲ ਬਟਾਲੇ ਪਹੁੰਚਣਾ ਕੀਤਾ। ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੁਕਾਈ। ਗੁਰੂ ਦਾ ਦਰਸ਼ਨ ਕਰਨ ਦੇ ਲਈ ਸਾਰੀ ਲੁਕਾਈ ਉਲਟ ਪਈ, ਭਾਵ ਕਿ ਜੋ ਉੱਥੇ ਪਹਿਲਾਂ ਮੇਲੇ ਵਿੱਚ ਰਾਸ ਹੋ ਰਹੇ ਸੀ, ਜੋਗੀਆਂ ਦੇ ਹਵਨ ਤਪ ਰਹੇ ਸੀ, ਧੂਣੇ ਤਪ ਰਹੇ ਸੀ, ਉਹਨਾਂ ਵੱਲੋਂ ਲੋਕਾਂ ਦਾ ਧਿਆਨ ਹਟ ਕੇ ਗੁਰੂ ਵਾਲੇ ਪਾਸੇ ਲੱਗ ਗਿਆ। ਲੱਗੀ ਵਰਸ਼ਣ ਲక్ష్ਮੀ ਰਿੱਧ ਸਿੱਧ ਨੌ ਨਿੱਧ ਸਬਾਈ। ਕਹਿੰਦੇ ਉੱਥੇ ਫਿਰ ਜਿਹੜੀ ਵੀ ਮਾਇਆ ਦੀ ਵਰਖਾ ਹੋਣ ਲੱਗੀ, ਰਿੱਧਾਂ ਸਿੱਧਾਂ ਨਵੇਂ ਨਿੱਧਾਂ ਦਿਨੋਂ ਦਿਨ ਵਧੀਕ ਹੋਣ ਲੱਗੀਆਂ। ਜੋਗੀ ਦੇਖ ਚਲਿੱਤਰ ਨੂੰ ਮਨ ਵਿੱਚ ਰਿਸਕ ਘਨੇਰੀ ਖਾਈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਗਿਆਨ ਦਾ ਜਿਹੜਾ ਖਜ਼ਾਨਾ ਸੀ ਨਾ, ਉਹਦੀ ਵਰਸ਼ਾ ਹੋਣ ਲੱਗ ਪਈ ਉੱਥੇ। ਕਿਉਂਕਿ ਬਾਣੀ ਵਿੱਚ ਬਚਨਾ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਅੱਗੇ ਕਹਿੰਦੇ ਜੋਗੀ ਦੇਖ ਚਲਿੱਤਰ ਨੂੰ ਮਨ ਵਿੱਚ ਰਿਸਕ ਘਨੇਰੀ ਖਾਈ। ਕਹਿੰਦੇ ਜੋਗੀਆਂ ਨੇ ਇਸ ਸ਼ਬਦ ਦੀ ਵਰਖਾ ਨੂੰ ਦੇਖ ਕੇ ਮਨ ਦੇ ਵਿੱਚ ਘਣੀ ਈਰਖਾ ਪੈਦਾ ਹੋ ਗਈ, ਬਹੁਤ ਈਰਖਾ ਹੋਈ ਉਹਨਾਂ ਨੂੰ। ਅੱਗੇ ਲਿਖਦੇ ਨੇ, ਕਹਿੰਦੇ ਭਗਤੀਆਂ ਪਾਈ ਭਗਤ ਆਣ, ਲੋਟਾ ਜੋਗੀ ਲਿਆ ਛਪਾਈ। ਜਿਹੜੇ ਰਾਸਧਾਰੀ ਸੀ ਉੱਥੇ ਰਾਸ ਪਾਉਂਦੇ,
ਤੇ ਉਹਨਾਂ ਦਾ ਜਿਹੜਾ ਲੋਟਾ ਸੀ ਜੋਗੀਆਂ ਨੇ ਛਪਾ ਲਿੱਤਾ ਕਿ ਸਾਡੇ ਅੱਗੇ ਤੁਸੀਂ ਇਹ ਰਾਸ ਕਿਉਂ ਨਹੀਂ ਕੀਤੀ, ਉੱਥੇ ਰਾਸ ਕਿਉਂ ਕੀਤੀ। ਭਗਤੀਆਂ ਗਈ ਭਗਤ ਭੁੱਲ, ਲੋਟੇ ਅੰਦਰ ਸੁਰਤ ਭੁਲਾਈ। ਕਹਿੰਦੇ ਜਿਹੜੇ ਭਗਤੀ ਸੀ, ਰਾਸ ਕਰਨ ਵਾਲੇ ਰਾਸੀਏ ਸਨ, ਉਹਨਾਂ ਨੂੰ ਆਪਣੀ ਜਿਹੜੀ ਰਾਸ ਸੀ ਜਿਹੜੀ ਉਹ ਭੁੱਲ ਗਈ, ਨਾਟਕ ਭੁੱਲ ਗਿਆ। ਲੋਟੇ ਵਿੱਚ ਹੀ ਸੁਰਤ ਜਾਗ ਲੱਗੀ, ਕਿਉਂਕਿ ਜੋ ਉਸੇ ਵਿੱਚ ਹੀ ਉਹ ਆਪਣਾ ਉਗਰਾਹੀ ਇਕੱਠੀ ਕਰਕੇ ਉਸੇ ਨੂੰ ਹੀ ਵਰਤਦੇ ਸਨ। ਬਾਬਾ ਜਾਣੀ ਜਾਣ ਪੁਰਖ, ਕੱਢਿਆ ਲੋਟਾ ਜਹਾਂ ਲੁਕਾਈ। ਹੁਣ ਗੁਰੂ ਪਾਤਸ਼ਾਹ ਜੀ ਜਾਣੀ ਜਾਣ ਸਨ, ਜਿੱਥੇ ਲੋਟਾ ਲੁਕਾਇਆ ਸੀ ਗੁਰੂ ਪਾਤਸ਼ਾਹ ਜੀ ਨੇ ਕੱਢ ਕੇ ਉਹਨਾਂ ਰਾਸੀਆਂ ਦੇ ਸਾਹਮਣੇ ਰੱਖ ਦਿੱਤਾ। ਸੰਗਤ ਹੋਰ ਵਿਸ਼ਵਾਸ ਪੱਕੇ ਵਾਲੀ ਬਣ ਗਈ ਤੇ ਉਹ ਗੁਰੂ ਪਾਤਸ਼ਾਹ ਜੀ ਦੇ ਵੱਲ ਨੂੰ ਜਿਹੜੇ ਰਹਿੰਦੇ ਸੀ ਉਹ ਵੀ ਮੁੜ ਪਏ। ਵੇਖ ਚਲਿੱਤਰ ਜੋਗੀ ਖੁਣ ਸਾਈ। ਇਹ ਚਲਿੱਤਰ ਕੌਤਕ ਦੇਖ ਕੇ, ਇਹ ਸ਼ਬਦ ਦਾ ਗਿਆਨ ਦਾ ਭੰਡਾਰਾ ਵੇਖ ਕੇ ਜੋਗੀਆਂ ਨੇ ਖੁਣਸ ਖਾਧੀ, ਈਰਖਾ ਕਰਨ ਲੱਗ ਪਏ, ਹੋਰ ਵਧੇਰੇ ਈਰਖਾ ਹੋ ਗਈ। ਹੁਣ ਅੱਗੇ ਲਿਖਦੇ ਨੇ ਭਾਈ ਗੁਰਦਾਸ ਜੀ ਅਗਲੀ ਪੌੜੀ ਵਿੱਚ, ਕਹਿੰਦੇ ਖਾਧੀ ਖੁਣਸ ਜੋਗੀਸਰਾਂ, ਗੋਸ਼ਟ ਕਰਨ ਸਭੇ ਉੱਠ ਆਈ। ਕਹਿੰਦੇ ਜੋਗੀਆਂ ਨੇ ਹੁਣ ਆਪਣੇ ਅੰਦਰ ਈਰਖਾ ਪੈਦਾ ਕਰ ਲਈ, ਈਰਖਾ ਖਾਧੀ, ਸਾੜਾ ਕੀਤਾ ਤੇ ਗੁਰੂ ਪਾਤਸ਼ਾਹ ਜੀ ਦੇ ਨਾਲ ਚਰਚਾ ਕਰਨ ਦੇ ਲਈ ਸਾਹਮਣੇ ਆ ਗਏ। ਪੁੱਛੇ ਜੋਗੀ ਭੰਗਰ ਨਾਥ, ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ। ਕਹਿੰਦੇ ਇੱਕ ਭੰਗਰ ਨਾਥ ਜੋਗੀ, ਉਹ ਸਾਰੇ ਜੋਗੀਆਂ ਦੇ ਵਿੱਚੋਂ ਆਪਣੇ ਆਪ ਨੂੰ ਉੱਚਾ ਕਹਿਲਾਉਣ ਵਾਲਾ, ਕਹਿੰਦੇ ਉਹ ਗੁਰੂ ਸਾਹਿਬ ਨੂੰ ਪੁੱਛਦਾ ਏ, ਕਹਿੰਦੇ ਤੂੰ ਦੁੱਧ ਦੇ ਵਿੱਚ ਖੱਟਾ ਕਿਉਂ ਪਾ ਦਿੱਤਾ ਹੈ, ਭਾਵ ਕਿ ਤੂੰ ਉਦਾਸੀ ਨੂੰ ਖੱਟਾ ਕਿਉਂ ਕਰ ਦਿੱਤਾ, ਕਲੰਕਤ ਕਿਉਂ ਕਰ ਦਿੱਤਾ ਹੈ ਸੰਸਾਰੀ ਕੱਪੜੇ ਪਾ ਕੇ। ਫਿੱਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਈ। ਕਹਿੰਦੇ ਹੁਣ ਤਾਂ ਦੁੱਧ ਦਾ ਜਿਹੜਾ ਘੜਾ ਸੀ ਉਹ ਫਿੱਟ ਗਿਆ ਹੈ, ਭਾਵ ਕਿ ਦੁੱਧ ਫਟ ਗਿਆ ਹੈ। ਹੁਣ ਰਿੜਕਣ ਦੇ ਨਾਲ ਮੱਖਣ ਕੀ ਨਿਕਲਣਾ ਹੈ, ਭਾਵ ਕਿ ਸੰਨਿਆਸ ਦੇ ਚਾਟੇ ਵਿੱਚ ਸੰਸਾਰੀ ਰੀਤ ਦੀ ਤੂੰ ਕਾਂਜੀ ਪਾ ਦਿੱਤੀ ਹੈ। ਹੁਣ ਗਿਆਨ ਮੱਖਣ ਨਹੀਂ ਨਿਕਲੂ ਤੇ ਨਾ ਹੀ ਕੋਈ ਇੱਥੇ ਮੁਕਤੀ ਹੋਵੇਗੀ। ਭੇਖ ਉਤਾਰ ਉਦਾਸ ਦਾ, ਬੱਤ ਕਿਉਂ ਸੰਸਾਰੀ ਰੀਤ ਚਲਾਈ। ਕਹਿੰਦੇ ਉਦਾਸੀ ਭੇਖ ਲਾ ਕੇ ਤੂੰ ਇਹ ਸੰਸਾਰ ਦੀ ਰੀਤ ਕਿਉਂ ਚਲਾ ਦਿੱਤੀ ਹੈ। ਅੱਗੇ ਗੁਰੂ ਨਾਨਕ ਪਾਤਸ਼ਾਹ ਜੀ ਬੜੇ ਠਰਮੇ ਨਾਲ ਬੜਾ ਪਿਆਰਾ ਜਵਾਬ ਦਿੰਦੇ ਨੇ, ਕਹਿੰਦੇ ਨਾਨਕ ਆਖੇ ਭੰਗਰ ਨਾਥ, ਤੇਰੀ ਮਾਂ ਕੁਚੱਜੀ ਆਹੀ। ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਨੇ, ਕਹਿੰਦੇ ਹੇ ਭੰਗਰਨਾਥ, ਤੇਰੀ ਮਾਂ ਕੁਚੱਜੀ ਸੀ, ਭਾਵ ਕਿ ਤੇਰੀ ਬੁੱਧ ਖਰਾਬ ਹੋ ਚੁੱਕੀ ਹੈ, ਮੱਤ ਤੇਰੀ ਖਰਾਬ ਹੋ ਚੁੱਕੀ ਹੈ। ਇੱਥੇ ਮਾਂ ਦਾ ਅਰਥ ਹੈ, ਮਾਂ ਦਾ ਅਰਥ ਹੈ ਮੱਤ, ਜਿਹੜੀ ਉਹਨੂੰ ਸਿੱਖਿਆ ਦਿੰਦੀ ਹੈ। ਭਾਂਡਾ ਧੋਏ ਨਾ ਜਾਤੇ ਹੋਣ, ਭਾਏ ਕੁਚੱਜੇ ਫੁੱਲ ਸੜਾਈ। ਕਹਿੰਦੇ ਉਸਨੇ ਆਪਣੇ ਹਿਰਦੇ ਦਾ ਭਾਂਡਾ ਧੋਤਾ ਨਹੀਂ, ਭੇਖੀ ਰੂਪ ਦੇ ਵਿੱਚ ਕੁਚੱਜੇ ਭਾਉ ਨਾਲ ਦੁੱਧ ਨੂੰ ਸਾੜ ਦਿੱਤਾ ਹੈ। ਮੱਤ ਨੇ ਮਨ ਰੂਪੀ ਭਾਂਡੇ ਨੂੰ ਸਾਫ਼ ਨਹੀਂ ਕੀਤਾ, ਤੇ ਜਦੋਂ ਭਾਂਡਾ ਸਾਫ਼ ਹੀ ਨਹੀਂ ਹੋਇਆ ਫਿਰ ਉਸ ਦੇ ਵਿੱਚ ਸੁਚੱਜਾ ਗਿਆਨ ਕਿਵੇਂ ਆ ਸਕਦਾ ਹੈ, ਚੰਗਾ ਦੁੱਧ ਕਿਵੇਂ ਆ ਸਕਦਾ ਹੈ। ਕੁਚੱਜੇ ਦਾ ਭਾਵ ਹੈ ਗ੍ਰਸਤ ਤੋਂ ਅਤੀਤ ਹੋ ਕੇ ਫਿਰ ਗ੍ਰਸਤੀਆਂ ਤੋਂ ਮੰਗਣਾ। ਕਹਿੰਦੇ ਜਿਹੜੇ ਤੁਸੀਂ ਗ੍ਰਸਤ ਤੋਂ ਛੱਡਦੇ ਹੋ ਉਸੇ ਹੀ ਗ੍ਰਸਤ ਦੇ ਵਿੱਚ ਫਿਰ ਆ ਜਾਂਦੇ ਹੋ, ਉਸੇ ਹੀ ਗ੍ਰਸਤੀਆਂ ਦੇ ਕੋਲ ਮੰਗਣ ਦੇ ਲਈ ਫਿਰ ਆ ਜਾਂਦੇ ਹੋ, ਤੇ ਉਦੋਂ ਫਿਰ ਤੁਹਾਨੂੰ ਜਿਹੜੀ ਸ਼ਰਮ ਕਿਉਂ ਨਹੀਂ ਆਉਂਦੀ, ਉਦੋਂ ਨਹੀਂ ਤੁਹਾਡੇ ਦੁੱਧ ਨੂੰ ਕਾਂਜੀ ਲੱਗਦੀ। ਜਿਨ੍ਹਾਂ ਨੂੰ ਤੁਸੀਂ ਮਾੜਾ ਕਹਿੰਦੇ ਹੋ, ਗ੍ਰਸਤੀਆਂ ਨੂੰ ਛੱਡਦੇ ਹੋ, ਛੱਡ ਕੇ ਜਾਂਦੇ ਹੋ, ਮਾਂ ਪਿਓ ਨੂੰ ਧੱਕੇ ਖਾਣ ਦੇ ਲਈ ਸੁੱਟ ਜਾਂਦੇ ਹੋ, ਬੱਚਿਆਂ ਨੂੰ ਰੋਲ ਜਾਂਦੇ ਹੋ, ਤੇ ਇਹ ਤੁਹਾਡਾ ਕਾਹਦਾ ਗਿਆਨ ਹੋਇਆ। ਸਿੱਧ ਛਿਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਵੀ ਸਿੱਧ ਜਿਹੜੇ
ਦੁਨੀਆ ਵਾਲਿਆਂ ਲਈ ਇੱਕ ਬਹੁਤ ਵੱਡੇ ਅਲੱਗ ਇੱਕ ਗਿਆਨੀ ਲੋਕ ਬਣੇ ਸਨ ਵੀ ਇਹਨਾਂ ਵਰਗਾ ਕੋਈ ਹੋਰ ਨਹੀਂ, ਇਹਨਾਂ ਨੂੰ ਰੱਬ ਦੀ ਜਗ੍ਹਾ ਪੂਜਿਆ ਗਿਆ, ਵੀ ਇਹ ਕੁਝ ਸ੍ਰੇਸ਼ਟ ਨੇ, ਦੂਜਿਆਂ ਨੂੰ ਸਮਝਾਉਣਗੇ। ਪਰ ਕਹਿੰਦੇ ਸੰਸਾਰ ਨੂੰ ਸਮਝਾਊ ਕੌਣ? ਤਾਂ ਆਪ ਲੁੱਕ ਕੇ ਬੈਠ ਗਏ ਗ੍ਰਸਤੀਆਂ ਤੋਂ। ਜਦੋਂ ਗ੍ਰਸਤੀਆਂ ਤੋਂ ਆਪ ਹੀ ਲੁੱਕ ਕੇ ਬੈਠ ਗਏ, ਫਿਰ ਇਹਨਾਂ ਨੂੰ ਹੁਣ ਸਮਝਾਵੇ ਕਿਹੜਾ? ਅੱਗੇ ਲਿਖਦੇ ਨੇ, ਕਹਿੰਦੇ ਨਾਨਕ ਆਖੇ ਭੰਗਰ ਨਾਥ ਤੇਰੀ ਮਾਂ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤੇ ਹੁਣ ਭਾਏ ਕੁਚੱਜੇ ਫਲ ਸੜਾਈ। ਹੋਏ ਅਤੀਤ ਗ੍ਰਸਤ ਤਜ ਫਿਰ ਉਨਹੂ ਕੇ ਕਰ ਮੰਗਣ ਜਾਈ। ਕਹਿੰਦੇ ਵਿਰਕਤ ਹੋ ਕੇ, ਗ੍ਰਸਤੀ ਛੱਡ ਕੇ ਫਿਰ ਉਹਨਾਂ ਸੰਸਾਰੀਆਂ ਦੇ ਘਰ ਵਿੱਚ ਤੁਸੀਂ ਮੰਗਣ ਜਾ ਪੈਂਦੇ ਹੋ, ਤੇ ਉਸੇ ਮੂੰਹ ਦੇ ਨਾਲ ਜਿੱਥੇ ਜਾ ਕੇ ਗ੍ਰਸਤੀਆਂ ਦੇ ਘਰੋਂ ਅੰਨ ਭੋਜਨ ਵਸਤਰ ਮੰਗਦੇ ਹੋ, ਤੇ ਉਸੇ ਮੂੰਹ ਨਾਲ ਹੀ ਉਹਨਾਂ ਨੂੰ ਮਾੜਾ ਕਹਿਣੇ ਹੋ। ਬਿਨ ਦਿੱਤੇ ਕਛ ਹੱਥ ਨਾ ਆਈ। ਕਹਿੰਦੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਨੂੰ ਦਿੱਤੇ ਬਿਨਾਂ ਕੁਝ ਨਹੀਂ ਮਿਲਦਾ। ਜਦੋਂ ਤੁਸੀਂ ਕਿਸੇ ਨੂੰ ਕੁਝ ਦੇਣਾ ਹੀ ਨਹੀਂ ਤਾਂ ਤੁਹਾਨੂੰ ਕੀ ਮਿਲੇਗਾ? ਸੋ ਭਾਈ ਗੁਰਦਾਸ ਜੀ ਨੇ ਇਹਨਾਂ ਵਾਰਾਂ ਦੇ ਵਿੱਚ ਇਹ ਦੱਸਣ ਦਾ ਯਤਨ ਕੀਤਾ ਵੀ ਜੋ ਜੋ ਉੱਥੇ ਵਰਤਿਆ। ਅਗਲੀਆਂ ਇਸ ਵਾਰ ਪਹਿਲੀ ਵਾਰ ਦੀਆਂ ਅਗਲੀਆਂ ਪੌੜੀਆਂ ਦੀ ਵਿਚਾਰ, 4 ਪੌੜੀਆਂ ਦੀ ਵਿਚਾਰ ਅਗਲੇ ਭਾਗ ਦੇ ਵਿੱਚ ਕਰਾਂਗੇ, ਤਾਂ ਕਿ ਸਾਨੂੰ ਸੰਖੇਪ ਵਿਚਾਰ ਥੋੜ੍ਹੇ ਸ਼ਬਦਾਂ ਦੇ ਵਿੱਚ ਸਾਨੂੰ ਸਮਝ ਆ ਸਕੇ। ਸਿਰਫ ਸੰਖੇਪ ਵਿਚਾਰ ਕੀਤੀ ਆ, ਨਹੀਂ ਤੇ ਇੱਕ ਪੌੜੀ ਦੀ ਵਿਚਾਰ ਕਰਦਿਆਂ ਨੂੰ ਕਾਫੀ ਸਮਾਂ ਲੰਘ ਸਕਦਾ ਹੈ। ਸੋ ਆਪ ਗੁਰੂ ਪਿਆਰੀ ਸੰਗਤਾਂ ਦਾ ਬਹੁਤ ਧੰਨਵਾਦ, ਜਿੰਨੀਆਂ ਵੀ ਇਸ ਵਿਚਾਰ ਨੂੰ ਸਰਵਣ ਕਰਨਗੀਆਂ, ਕਰ ਰਹੇ ਨੇ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਭਨਾਂ ਨੂੰ ਗੁਰਸਿੱਖੀ ਜੀਵਨ ਦਾਨ, ਗੁਰਬਾਣੀ ਵਰਗਾ ਜੀਵਨ, ਆਪਣੇ ਵਰਗਾ ਸੁਭਾਅ ਬਖਸ਼ਿਸ਼ ਕਰਨ, ਕਹਿਣੀ ਕਰਨੀ ਦੇ ਵਿੱਚ ਪਰਪੱਕਤਾ ਆ ਜਾਵੇ। ਆਓ ਇੰਨੀਆਂ ਕੋ ਬੇਨਤੀਆਂ ਅੱਜ ਦੇ ਇਸ ਸਮੇਂ ਦੇ ਵਿੱਚ ਪ੍ਰਵਾਨ ਕਰਨੀਆਂ ਜੀ, ਭੁੱਲਾਂ ਨਾ ਚਿਤਾਰਨੀਆਂ। ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਦੇਣੇ ਜਾਂ ਕੰਟੈਕਟ ਨੰਬਰ ਦੇ ਉੱਤੇ ਮੈਸੇਜ ਕਰਕੇ ਤੁਸੀਂ ਆਪਣਾ ਪਿਆਰ ਭਰਿਆ ਸੁਨੇਹਾ ਦੇ ਸਕਦੇ ਹੋ। ਜਿੱਥੇ ਕੋਈ ਗਲਤੀ ਭੁੱਲ ਲੱਗੇ, ਬੜੇ ਸਤਿਕਾਰਯੋਗ ਸਰੋਤੇ ਆਪ ਦੱਸੋ, ਉਸ ਗਲਤੀ ਨੂੰ ਸੁਧਾਰਨ ਦਾ ਯਤਨ ਕੀਤਾ ਜਾਵੇਗਾ। ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ।